सूरा सो पहचानिए जो लरै दीन के हित। पुरजा पुरजा कठ मरै कबहू न छाड़ै खेत। कबीर पहला मरण कबूल जीवन की छड़ आस। हो सबना की रेणुका तो आओ हमारे पास। आओ हमारे पास तुद आ गैर दास हमारी। जियो पिंड सब तेरा कहो नानक सब तेरी वडियाई। कोई नाम न जाने मेरा। जुगो जुग अटल। चवर छत्र तख्त दे मालिक राजान राज पानान पान देवान देव उपमा महान। समर्थ सतगुरु धन धन श्री गुरु ग्रंथ साहिब महाराज जिन्हां दी पावन पवित्र मुकद्दस गोद दे अंदर ढलदी हुई शाम गुरु दे पावन दरबार सजे हन। ਸਾਹਿਬਾਂ ਦੀ ਸ਼ਾਮ ਦੀ ਗੁਰੂ ਘਰ ਦੀ ਮਰਜ਼ਾਦਾ ਅਨੁਸਾਰ ਰਹਿਰਾਸ ਸਾਹਿਬ ਦਾ ਪਾਠ ਉਪਰੰਤ ਅਰਦਾਸ ਹੁਕਮਨਾਮਾ ਸਾਹਿਬ ਆਪ ਸੰਗਤ ਨੇ ਸਰਵਣ ਕੀਤਾ ਹੈ ਅਤੇ ਇਸ ਪਾਵਨ ਦਰਬਾਰ ਵਿੱਚ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਿਨ੍ਹਾਂ ਦੀ ਜ਼ਿੰਦਗੀ ਦੇ ਅਸੀਂ ਕੌਤਕਾਂ ਨੂੰ ਰੰਗਾਂ ਨੂੰ ਮਾਣਦੇ ਹੋਏ ਇੱਕ ਉਹ ਪੰਨਾ ਉਹਨਾਂ ਦੀ ਜ਼ਿੰਦਗੀ ਦਾ ਵਿਚਾਰ ਰਹੇ ਹਾਂ ਜਿਹੜਾ ਬਹੁਤ ਹੀ ਅਜ਼ੀਮ ਹੈ ਜੋ ਬਹੁਤ ਹੀ ਕਲੋਰੀ ਹੈ। ਸੋ ਇਹ 15 ਕੁ ਦਿਨਾਂ ਦਾ ਜਿਹੜਾ ਸਾਹਿਬਾਂ ਦੇ ਜੀਵਨ ਦਾ ਇੱਕ ਹਿੱਸਾ ਹੈ ਬਹੁਤ ਮਹਾਨਤਾ ਰੱਖਦਾ ਹੈ। ਸੋ ਉਸ ਲੜੀ ਦੇ ਵਿੱਚ ਪਾਵਨ ਹਿਸਟਰੀ ਇਤਿਹਾਸ ਨੂੰ ਮੁੱਖ ਰੱਖਦਿਆਂ ਅਸੀਂ ਕਈ ਰੋਜ਼ ਤੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜੀਵਨ ਦੀ ਧਾਰਾ ਸਰਵਣ ਕਰ ਰਹੇ ਹਾਂ। ਸੋ ਆਓ ਅਗਲੇ ਪੜਾਅ ਵੱਲ ਵੱਧਦੇ ਹੋਏ ਖਾਕਸਰ ਨੂੰ ਕੁਝ ਕਹਿਣ ਦੀ ਇਜਾਜ਼ਤ ਦਿੰਦੇ ਹੋਏ ਜਿੰਨੇ ਕੁ ਹਾਜ਼ਰੀਨ ਗੁਰੂ ਦਰਬਾਰ ਵਿੱਚ ਹਾਜ਼ਰ ਹੋਏ ਹੋ ਸਾਰੇ ਹੀ ਰਸਨਾ ਪਵਿੱਤਰ ਕਰਦੇ ਹੋਏ ਗੁਰੂ ਫਤਿਹ ਦੀ ਸਾਂਝ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਅਸੀਂ ਪਰਿਵਾਰ ਵਿਛੋੜੇ ਤੋਂ ਬਾਅਦ ਦੀ ਘਟਨਾ ਜਿਹੜੀ ਹੈ ਪਰਿਵਾਰ ਸਾਰਾ ਤਿੰਨਾਂ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਸਾਹਿਬ ਮਹਾਰਾਜ ਜਿਹੜੇ ਇਸ ਮੁਕੱਦਸ ਜਿਹੜੀ ਸਥਾਨ ਹੈ ਉਹ ਖਿੱਤੇ ਦੀ ਗੱਲ ਕਰਦੇ ਸੀ। ਜਿਸ ਖਿੱਤੇ में कहते थे आना ये वही है कल लुटाकर जहाँ से जाना ये वही है।
जह जह पे बच्चों को कुटाना ये वही है, मट्टी कह देती है ठिकाना ये वही है। ये वो खाक है। ਜਦੋਂ ਇਸ ਗੜੀ ਵਿੱਚ ਸਤਿਗੁਰੂ ਜੀ ਆਏ ਤੇ ਉਸ ਨੂੰ ਹੱਥ ਤੇ ਰੱਖ ਕੇ ਦੇਖਿਆ ਤੇ ਇਹ ਉਹੀ ਜਗ੍ਹਾ ਹੈ ਜਿਸ ਖਿੱਤੇ ਨੇ ਨੂਰੋ ਨੂਰ ਹੋ ਜਾਣਾ, ਚਮਕ ਜਾਣਾ ਹੈ, ਚੰਦ ਦੀ ਤਰ੍ਹਾਂ ਰੌਸ਼ਨੀ ਇਹਨੇ ਸਦਾ ਇਸ ਦੁਨੀਆ ਦੇ ਤਖਤੇ ਤੇ ਚਮਕਦੇ ਰਹਿਣਾ ਹੈ। ਤਾਂ ਉਹ ਜਿਹੜੀ ਅਸੀਂ ਕੱਲ੍ਹ ਜ਼ਿਕਰ ਕਰਦੇ ਸੀ ਜੰਗੇ ਮੈਦਾਨ ਦਾ, ਜਿਹਦੇ ਆਧਾਰਿਤ ਅੱਲਾ ਯਾਰ ਖਾਂ ਯੋਗੀ ਨੇ ਪੂਰੀ ਦੀ ਪੂਰੀ ਨਜ਼ਮ ਜਿਹੜੀ ਹੈ ਬੜੇ ਰੂਪ ਦੇ ਵਿੱਚ ਲਿਖੀ ਹੈ ਕਿ ਗੰਜੇ ਸ਼ਹੀਦਾਂ। ਜਿਹੜਾ ਗੰਜ ਸ਼ਬਦ ਹੈ ਨਾ, ਇਹਦਾ ਮਤਲਬ ਹੁੰਦਾ ਮੁਜੱਸਮਾ, ਜਾਂ ਤੁਸੀਂ ਭੰਡਾਰ ਕਹਿ ਸਕਦੇ ਹੋ ਜਾਂ ਖਜ਼ਾਨਾ ਕਹਿ ਸਕਦੇ ਹੋ। ਜਿਵੇਂ ਕਿਤੇ ਅੰਬਾਰ ਲੱਗਿਆ ਹੋਵੇ ਨਾ, ਅੰਬਾਰ ਢੇਰ, ਇਹ ਉਹ ਸਥਾਨ ਹੈ ਜਿੱਥੇ ਸ਼ਹੀਦਾਂ ਦੇ ਢੇਰ ਨੇ। ਜੰਗੇ ਸ਼ਹੀਦ, ਜੰਗ ਦੇ ਮੈਦਾਨ ਦੇ ਵਿੱਚ ਐਸਾ ਯੁੱਧ ਹੋਇਆ ਜਿਹਨੂੰ ਉਹਨੂੰ ਨਾਂ ਦਿੱਤਾ ਗੰਜੇ ਸ਼ਹੀਦਾਂ। ਸ਼ਹੀਦਾਂ ਦਾ ਉਭਾਰ ਹੈ, ਸਮੁੰਦਰ ਹੈ। ਤਾਂ ਅਸੀਂ ਜ਼ਿਕਰ ਕੀਤਾ ਸੀ ਸਾਹਿਬ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਆਪਣੇ ਹੱਥੀਂ ਲਖਤੇ ਜਿਗਰ ਬਾਬਾ ਸਿੰਘ ਸਾਹਿਬ, ਅਜੀਤ ਸਿੰਘ ਜੀ, ਸਿੰਘ ਸਾਹਿਬ ਬਾਬਾ ਜੁਝਾਰ ਸਿੰਘ ਜੀ ਆਪ ਤਿਆਰ ਕੇ ਜੰਗੇ ਮੈਦਾਨ ਵਿੱਚ ਭੇਜਦੇ ਨੇ, ਜਿਸ ਵਿੱਚ ਗੁਰੂ ਕੇ ਸਿੱਖਾਂ ਨੇ 5 ਪਿਆਰਿਆਂ ਦੇ ਵਿੱਚੋਂ 3 ਪਿਆਰੇ ਨੇ ਬੜੇ ਜਿਹੜੇ ਜੌਹਰ ਦਿਖਾਏ, ਤੇਗ ਦੇ, ਤੀਰਾਂ ਦੇ, ਬੰਦੂਕਾਂ ਦੇ ਤੇ ਅੱਗੇ ਆਪਣੇ ਨੇਜਿਆਂ ਦੇ ਬਗਾ ਇਸ ਜੰਗੇ ਮੈਦਾਨ ਦੇ ਵਿੱਚ। ਜਿਹੜਾ ਮੈਂ ਰਾਤ ਜ਼ਿਕਰ ਕਰਦਾ ਸੀ ਕਿ ਜੇ ਤੇ ਇਸ ਨੂੰ ਬਿਆਨ ਕੀਤਾ ਜਾਏ ਨਾ ਵੀ ਕਾਗੜਦੰ ਕਾਤੀ ਕਟਾਰੀ ਕੜਾਕੰ ਤਗੜਦੰ ਤੀਰੰ ਤੁਪਕੰ ਤੜਾਕੰ ਝਾਗੜਦੰ ਨਾਗੜਦੰ ਬਾਗੜਦੰ ਬਾਜੇ ਗਾਜੜਦੰ ਗਾਜੀ ਮਹਾਂ ਗਾਜ ਗਾਜੇ। ਲਿਖਣ ਦਾ ਹੀ ਰੰਗ ਐਸਾ ਹੈ ਜਿੱਥੇ ਸ਼ਾਸਤਰਾਂ ਦੇ ਵਿੱਚੋਂ ਸੰਗੀਤ ਨਿਕਲਦਾ ਹੈ। ਮਤਲਬ ਜੰਗ ਦੇ ਵਿੱਚੋਂ ਵੀ ਭਗਤੀ ਦਿਸ ਰਹੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ। ਉਹਨਾਂ ਦੀ ਅਸੀਂ ਬਾਣੀ ਦੇ ਵਿੱਚੋਂ ਨਾ ਜਿਹੜਾ ਜਾਪ ਸਾਹਿਬ ਆ, ਆਲਾ ਬਾਣੀ ਹੈ ਸਾਰੀ ਦੀ ਸਾਰੀ। ਮੈਂ ਉਸ ਦਿਨ ਵੀ ਜ਼ਿਕਰ ਕਰ ਰਿਹਾ, ਜਦੋਂ ਅਸੀਂ ਪੜ੍ਹਦੇ ਆ ਭੁਜੰਗ ਪ੍ਰਿਆਦ ਛੰਗ ਚਾਚਰੀ ਛੰਦ, ਇਹ ਸ਼ਬਦ ਜਿਹੜੇ ਨੇ ਨਾ ਇਹਨਾਂ ਦੀ ਮਤਲਬ ਉਹਨਾਂ ਨੇ ਰੱਬ ਦੇ ਨਾਵਾਂ ਦੀ ਪੂਜਾ ਕਰਦੇ ਆ ਜਾਂ ਰੱਬ ਦੇ ਨਾਵਾਂ ਦੀ ਗਿਣਤੀ ਕਰਦੇ ਆ ਜਾਂ ਰੱਬ ਦੇ ਨਾਮ ਦੇ ਮਤਲਬ ਜਾਪ ਜਪਦੇ ਆ ਵੀ ਨਾ, ਵੀ ਚਾਲ ਇਹ ਜੀ ਬਣਾਈ ਜਿਹਦੇ ਵਿੱਚ ਤੜਕ ਹੈ, ਜਿਹਦੇ ਵਿੱਚ ਜੋਸ਼ ਹੈ, ਜਿਹਦੇ ਵਿੱਚ ਵੀਰ ਰਸ ਹੈ। ਇਹੋ ਜਿਹਾ ਰਸ ਹੈ ਨਾ, ਇਹ ਪੂਰੇ ਦਾ ਪੂਰਾ ਜਿਹੜਾ ਇਹ ਕਲਗੀਧਰ ਪਾਤਸ਼ਾਹ ਦੇ ਜਿਹੜਾ ਜੀਵਨ ਧਾਰਾ ਹੈ ਨਾ, ਜਾਂ ਅਸੀਂ 6ਵੇਂ ਪਾਤਸ਼ਾਹ ਦੀ ਗੱਲ ਕਰਦੇ ਹਾਂ ਜਾਂ ਅਸੀਂ ਇਹਨਾਂ ਦੇ ਵਿੱਚ ਕਹਿ ਸਕਦੇ ਹਾਂ ਵੀ ਜਿਹੜੀਆਂ ਵਾਰਾਂ ਗਾਉਣੀਆਂ ਨੇ ਯੋਧਿਆਂ ਦੀਆਂ, ਇਹ ਕੀ ਹੈ? ਇਹ ਪੂਰੇ ਦਾ ਪੂਰਾ ਵੀਰ ਰਸ ਵੱਲ ਲੈ ਕੇ ਜਾ ਰਿਹਾ। ਮਤਲਬ ਉਹਨਾਂ ਦੀ ਕਲਮ ਦੇ ਵਿੱਚੋਂ ਵੀ ਜਿਹੜਾ ਇੱਕ ਵੱਖਰਾ ਰੰਗ ਨਿਕਲਦਾ। ਤੁਸੀਂ ਕਈ ਵਾਰੀ ਸੁਣਿਆ ਪਿੱਛੇ ਜੇ ਤੁਹਾਨੂੰ ਪਤਾ ਹੁਣ ਆਪਣੇ ਬਹੁਤ ਵੱਡੀ ਜਿਹੜੀ ਮੰਦਭਾਗੀ ਘਟਨਾ ਵਾਪਰੀ ਸ੍ਰੀ ਦਰਬਾਰ ਸਾਹਿਬ ਦੇ ਵਿੱਚ, ਕੋਈ ਸਿਰ ਫਰਿਆ ਛਾਲ ਮਾਰਦਾ ਹੈ, ਅੰਦਰ ਜਾ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਕਰਦਾ ਹੈ, ਸਾਰਿਆਂ ਨੂੰ ਪਤਾ ਨਾ। ਤੇ ਲੋਕਾਂ ਨੇ ਬੜਿਆਂ ਨੇ ਕਿਹਾ, ਤੁਸੀਂ ਇਹ ਬੜਾ ਪੜ੍ਹਿਆ ਹੋਣਾ ਵੀ ਮਹਿਮਾਨ ਨੂੰ ਦੇਗ ਤੇ ਸਿਰ ਫਿਰੇ ਨੂੰ ਤੇਗ। ਜਿਹੜਾ ਇਹ ਸਿਧਾਂਤ ਹੈ ਨਾ ਵੀ ਮਹਿਮਾਨ ਆਏ ਹੋਏ ਮਹਿਮਾਨ ਨੂੰ ਦੇਗ, ਤੇ ਜੇ ਕੋਈ ਸਿਰ ਫਿਰਿਆ ਆ ਜਾਏ ਚੜ੍ਹ ਕੇ ਉਹਦੇ ਲਈ ਤੇਗ ਆ, ਜਿਹੜਾ ਸਿਧਾਂਤ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਦਾ। ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕਿਹਾ ਸਿੱਖੋ ਆਪਣੇ ਘਰ ਦਾ ਇਹ ਸਿਧਾਂਤ ਬਣਾਓ, ਜੇ ਤੁਹਾਡੇ ਘਰ ਦੇ ਵਿੱਚ ਕੋਈ ਨਿਮਾਣਾ ਕੋਈ ਕਿਸੇ ਰੂਪ ਵਿੱਚ ਆ ਜਾਏ ਉਹਦੇ ਲਈ ਦੇਗ ਬਣਾਉਣੀ ਹੈ। ਦੇਗ ਇਕੱਲੀ ਕੜਾ ਪ੍ਰਸ਼ਾਦ ਨਹੀਂ, ਦੇਗ ਦਾ ਮਤਲਬ ਉਹਦੀ ਆਓ ਭਗਤ ਕਰਨੀ ਹੈ, ਉਹਦਾ ਸਤਿਕਾਰ ਕਰਨਾ ਹੈ, ਉਹਨੂੰ ਪ੍ਰਸ਼ਾਦਾ ਪਾਣੀ ਛਕਾਉਣਾ ਹੈ। ਪਰ ਜੇ ਕੋਈ ਸਿਰ ਫਿਰਿਆ ਆ ਕੇ ਉਹੀ ਚੜ੍ਹ ਜਾਏ ਤੇ ਫਿਰ ਉਹਦੇ ਲਈ ਤੇਗ ਵੀ ਹੈ।
चार जंगा, चारे जंगा गुरु हरगोबिंद पातशाह महाराज किसी ते हमला करन थोड़ी गए ने। घरे बैठिया के उपर आके जो कोई चढ़ गया फिर उन्होंने तेग का जिहड़ा है आनंद है वह भी चखाया। सो गुरु पातशाह जी मैं बेनती कर रहा भी गुरु महाराज ने इस रंग दे विच सारा दा सारा जिहड़ा है पूरे दा पूरा इस हिस्टरी नूं बयान किया है, जिहदे विच वीर रस बड़ा भरिया है। पर रात जिक्र कर रहे सी जदों 10वें पातशाह महाराज सिखर ते बैठे ने आ वीर रस हो के आ तुहाडे सामने नीचे पिक्चरां बनाईयां ने ना, तुसीं देखदे हो जे इधर देखो बाबा बंदा सिंह दी बनी है, बिल्कुल नाल भाई कन्हैया जी की बनी। हुण भाई कन्हैया जी का जिहड़ा चित्र है वह बयान कर रहा है भी इस घर की वडियाई है, इत्थे कोई दुश्मन भी होवे उहदे नाल भी वितकरा कोई नहीं, सब नूं जल छाना है। एक सिद्धांत आ रहा बार बिल्कुल नाल बाबा बंदा सिंह बहादुर जी बैठे ने, उन्हां दा बैठना जिहड़ा वीर रस है, मैं जिहड़ी बेनती कर रहा वीर रस बैठण दा तरीका है। तैयार वैर तैयार खालसा वीर रस रूप दे विच बैठा है, इसदा मतलब है कि इस रंग नूं बयान करना। वीर रस जिहड़ा है तेरे कोले चढ़दी कला दा रंग रहे। खैर गुरु पातशाह महाराज जी इस तरह ही बैठते हैं गढ़ी के उत्ते, जेड़ा कोई जिवें नाहर खान चढ़ता है ना, पौड़ी ला के भी चढ़ जा उत्ते जाके, जिन्हों वजीद खान ने एक ताना मारिया सी, जबकि इहदा मलेरकोले दे जिहड़ा नवाब दा संबंधित है। नाहर खान कहंदा नाहर खान अपनी बीवी कोले अपने घरे बैठ के बहादरी दीयां गल्लां करनियां, ये कोई बहादरी नहीं, बहादरी दिखाउण दा टाइम है, हुण इत्थे दूर खड़ा गल्लां मारदा है, जा चढ़ गढ़ी ते। नाहर खान कहंदा पहला तो खिज विच आके चिड़ के कहंदा लै मैं जाना, कहंदा जो ही लाई पौड़ी उपर चढ़दा है, बस माड़ा जिहा सिर जिहड़ा उच्चा कीता, कलगीधर वीर रस बैठे ने ते कमान कसी है ऐन पूरी दी पूरी खिच के रखी हुई है। जो ही उन्हें मत्था उत्ते कीता ते सरकार ने तीर छड़ दिता, छूं करदा जाके मत्थे च वजदा ते कलाडनी खा के थल्ले जाके डिगदा। ये की है? ये वीर रस है ना। हुण इस रंग नूं बयान करदे जदों दूजा गुरु पातशाह ने देख लिया भी हुण किसी दी हिम्मत पैणी उत्ते चढ़न दी। देखो मैं छोटी जी रंग बयान करदा, ये अपने आप विच जिहड़ा इतिहास है, तुसीं आपां जदों भी गल करदे भी देखो जी, एक पासे गुरु के 40-50 सिंघां दी गल हो रही है सारी, दूजे पासे एडा मुलखईया चढ़िया पूरे दा पूरा। तुसीं ये देखो भी उन्हां दी जुरत नहीं है। जे किते अहमद बटालवी एक बड़ा राइटर होया, जिथे शिव कुमार बटालवी ने, वो अहमद खान बटालवी भी ने, उन्हें लिखा बड़ी सोहनी गल। वो कहता जे कमाल है ना, एडा मुलखईया सी, इन्नी फौज सी भी जे एक मुट्ठी चक के आनंदपुर साहब ते सुटदे ना तो आनंदपुर साहब का ढेर बन जाना सी। एक मुट्ठी जे सुट देंदे मिट्टी दी, इन्ना सी। पर कमाल की गल यह है भी मुट्ठी लैके जाएगा कौन गहा? आ डर सी। ये है जेड़े कलगीधर पातशाह के सपूतां दे अंदर जमई मोहि मरने का चाओ है। ये मिटाया होया भय, काहू को दे भय दा ही नहीं, डर तो कोई है ही नहीं। ते जेड़े आ रहे ने गुरु वाल नूं, उन्हां दे अंदर डर है। ये डर एवें नहीं। मैं कहता देखो मैं छोटी जी बेनती करन लग्या, बाणी दे रंग विच लैके आओ। जदों तुसीं एक ओंकार सतनाम करता पुरख निरभौ निर्वैर, ये निरभौ ते निर्वैर का जिहड़ा सिद्धांत है बाबे नानक का, उत्थों ही चल रहा। असी किसी तो डरदे नहीं ते ना ही साडे नाल किसी नाल बैर है। ये किहदा गुण है? जिहड़े मूल मंत्र विच गुण ने किहदे ने? ये परमेश्वर दे ने। एक ओंकार की जो असीं गल करते हैं, परमेश्वर एक है, सतनाम है, करता पुरख है, निरभौ है, किसी तो नहीं डरदा हो, ते ना ही वो किसी दा कोई वैरी है, निर्वैर है, नहीं है तो कोई वैरी। ये रंग उतों आ रहा उस पास तो निकल के। फिर बाणी ने भी कहा भी निरभौ जपे सगल पाओ। जे वो निरभौ नूं जपेगा तेरा भाव मिट जाएगा। बंदे नूं काहदा डर हुंदा है? देखो जिंदगी विच सब तो वड्डा डर मौत दा। ते बाणी दी जदों इस रंग दे विच दे असीं गुजरदे आ ना, जदों असीं रोज़ सुणदे आ भी बाणी दीयां गल्लां सुणदे आ, इहदे विचों की आ? यही है बंदिया तेरे अंदरों डर निकल जाए। ये डर में जो डर ही मिट जाएगा फिर बंदा पानी चाहता है। बिना डर जो डर है अंदर फिर तो मौत का डर है।
ਇਹ ਚੀਜ਼ ਚੱਕੇ ਜਾਣ ਦਾ ਜ਼ਿਆਦਾ, ਕੁਝ ਖੋਹ ਲਵੇਗਾ ਤਾਂ ਡਰ ਹੈ, ਕਿਸੇ ਬਿਮਾਰੀ ਦਾ ਡਰ ਹੈ, ਕਿਸੇ ਚੀਜ਼ ਦਾ ਡਰ ਹੈ। ਡਰ ਹੀ ਬੜੇ ਨੇ। ਕਿਤੇ ਗੁਰੂ ਗੋਬਿੰਦ ਸਿੰਘ ਦੀ ਆ ਬਾਣੀ ਜਦੋਂ ਅਸੀਂ ਪੜ੍ਹਦੇ, ਮੈਂ ਕਈ ਵਾਰੀ ਜ਼ਿਕਰ ਕਰਦਾ ਹੁੰਦਾ ਕਿ ਉਹਨੂੰ ਰੰਗ ਵਿੱਚ ਲਿਆਓ। ਮਰਨ ਕਾਲ ਕਾ ਤਰਾਸ ਨਿਵਰਿਐ। ਸਾਡਾ ਤਰਾਸ ਜਿਹੜਾ ਨਾ, ਮਾਫੀ ਚਾਹਾਂਗਾ, ਮਰਨ ਕਾਲ ਕਾ ਤਰਾਸ। ਇਹ ਨਹੀਂ ਕਿਹਾ ਮਰਨ ਵੀ ਮਰਨਾ ਹੀ ਮੁੱਕ ਜਾਏ, ਨਾ 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 ਨਾ, ਮਰਨ ਤੋਂ ਨਹੀਂ ਡਰਦੇ। ਹਾਂ ਫਿਰ ਹੋਰ ਕੀ, ਜਿਹੜਾ ਮਰਨ ਦਾ ਡਰ ਹੈ ਨਾ ਉਹ ਸਾਡੇ ਅੰਦਰ ਨਹੀਂ ਹੋਣਾ ਚਾਹੀਦਾ। ਮੌਤ ਦਾ ਡਰ, ਮੌਤ ਤੋਂ ਤਾਂ ਡਰਦੇ ਹੀ ਨਹੀਂ, ਮੌਤ ਦਾ ਡਰ ਹੈ। ਜਿਹੜਾ ਡਰ, ਜੇ ਬੰਦੇ ਅੰਦਰ ਡਰ ਪੈਦਾ ਹੋ ਗਿਆ ਸਮਝ ਲਓ ਫਿਰ ਮੌਤ ਤੋਂ ਵੀ ਡਰ ਗਿਆ। ਜਾਂ ਵੈਸੇ ਸਾਡੇ ਤਾਂ ਪੰਜਾਬੀ ਦੀ ਕਹਾਵਤ ਹੈ ਵੀ ਜੋ ਡਰ ਗਿਆ, ਕਿਉਂ ਕਹਿੰਦੇ ਨੇ, ਇਹਦਾ ਮਤਲਬ ਹੀ ਕੀ ਹੈ? ਇਹਦਾ ਮਤਲਬ ਕਿ ਜੇ ਡਰ ਗਿਆ ਤੇ ਮਰ ਗਿਆ ਨਹੀਂ ਭਾਈ। ਜੇ ਤੇਰੇ ਅੰਦਰ ਡਰ ਹੈ ਤੇ ਸਮਝ ਲਈ ਤੂੰ ਯੋਧਾ ਨਹੀਂ ਹੈ। ਕਲਗੀਧਰ ਪਾਤਸ਼ਾਹ ਮੈਂ ਜਿਹੜੀ ਬੇਨਤੀ ਕਰ ਰਿਹਾ ਸੀ, ਜਦੋਂ ਮਾਰਿਆ ਮੱਥੇ 'ਚ ਤੀਰ, ਨਾਰ ਖਾਂ ਥੱਲੇ, ਗਨੀ ਖਾਂ ਦੌੜ ਕੇ ਪੌੜੀ ਚੜ੍ਹਨ ਦੀ ਕੋਸ਼ਿਸ਼ ਕਰਦਾ ਵੀ ਦੂਜੀ ਤੇ ਮੈਂ ਚੜ੍ਹਦਾ। ਇਹਦੇ ਲਈ ਲਾਈਏ, 2 ਹੀ ਪੌੜੀਆਂ ਲਾਈਆਂ ਤੇ ਦੂਜੇ ਪਾਸੇ ਗਨੀ ਚੜ੍ਹਦਾ। ਉਹਨੂੰ ਪਤਾ ਲੱਗ ਗਿਆ ਵੀ ਉੱਪਰੋਂ ਨਾਰ ਖਾਂ ਮੁੜਿਆ ਆ, ਮੈਂ ਹੁਣ ਧਿਆਨ ਨਾਲ ਚੜਾਂਗਾ ਉੱਤੇ। ਤੇ ਜਿਉਂ ਹੀ ਹੌਲੀ ਹੌਲੀ ਉੱਪਰ ਜਾਂਦਾ ਹੈ, ਉੱਪਰੋਂ ਸੱਚੀ ਸਰਕਾਰ ਜਿਨ੍ਹਾਂ ਕੋਲੇ ਗੁਰਜ ਫੜੀ, ਮੈਂ ਰਾਤ ਜ਼ਿਕਰ ਕਰ ਰਿਹਾ ਸੀ, ਗੁਰਜ ਥੋੜ੍ਹਾ ਜਿਹਾ ਰੰਗ, ਉਹ ਗੁਰਜ ਜਿਹਨੂੰ ਅਸੀਂ ਆਮ ਕਈ ਗਦਾ ਕਹਿੰਦੇ ਨੇ। ਗਦਾ ਮੂਹਰੋਂ ਭਾਰਾ ਹੁੰਦਾ, ਪਿੱਛੋਂ ਪਕੜਿਆ ਹੁੰਦਾ। ਸਰਕਾਰ ਕਲਗੀਧਰ ਪਾਤਸ਼ਾਹ 86 ਤਰ੍ਹਾਂ ਦੇ ਜਿਹੜੇ ਆਪਣੇ ਹੈਗੇ ਨੇ ਸ਼ਸਤਰ ਉਹ ਜਾਣਦੇ ਸੀ। 86 ਤਰ੍ਹਾਂ ਦਾ ਸ਼ਸਤਰ ਚਲਾ ਲੈਣ ਵਾਲੇ। ਇਹ ਰਾਤ ਪੜ੍ਹ ਰਿਹਾ ਸੀ ਮੈਂ, ਉਹਦੇ ਵਿੱਚ ਜ਼ਿਕਰ ਕੀਤਾ ਵੀ ਇਹ ਚਲਾ ਲੈਂਦੀ ਸੀ। ਜਿਉਂ ਹੀ ਹੁਣ ਗਾਨੀ ਖਾਂ ਉੱਪਰ ਨੂੰ ਆ ਰਿਹਾ, ਉੱਪਰ ਆਇਆ, ਮਾੜ ਆਇਆ, ਸਿਰ ਉੱਤਾ ਕੀਤਾ ਸਰਕਾਰ ਨੇ, ਐਵੇਂ ਕਰਕੇ ਉੱਪਰ ਦੀ ਘਮਾਈ, ਗੁਰਜਾ ਮਾਰੀ ਉਹਦੇ ਸਿਰ ਦੇ ਉੱਤੇ। ਜਿਵੇਂ ਤੁਸੀਂ ਦੇਖਦੇ ਬੱਚੇ ਕਿਤੇ ਮਤੀਰਾ ਜਾਂ ਤਰਬੂਜ ਥੱਲੇ ਸੁੱਟ ਦੇਣ, ਖੱਖੜੀਆਂ ਹੋ ਜਾਂਦਾ ਹੈਗਾ, ਖਿੰਡਦਾ ਹੋਇਆ ਐਨ ਗਨੀ ਖਾਂ ਥੱਲੇ ਗਿਆ। ਹੋਰ ਜਿਹੜੇ ਥੱਲੇ ਖੜੇ ਸੀ ਉਹਨਾਂ ਦੇ ਉੱਤੇ ਵੀ ਉਹਦੇ ਟੋਟੇ ਟੋਟੇ ਹੋ ਗਏ ਸਿਰ ਦੇ। ਤੇ ਜਦੋਂ ਥੱਲੇ ਡਿੱਗਿਆ ਨਾ, ਹੁਣ ਤੀਸਰਾ ਹੈ ਜਿਹੜਾ ਮਹਿਮੂਦ ਅਲੀ ਜਿਹੜਾ ਹੈ ਨਾ, ਖਵਾਜਾ ਮਹਿਮੂਦ ਅਲੀ, ਉਹ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ। ਉਹਨੇ ਕਿਹਾ ਨਾਰ ਖਾਂ ਵੀ ਆ ਗਿਆ ਥੱਲੇ, ਗਨੀ ਖਾਂ ਦਾ ਵੀ ਪੈ ਗਿਆ ਪਟਾਕਾ। ਹੁਣ ਉਹਦੀ ਹਿੰਮਤ ਨਹੀਂ ਪਈ। ਮੈਂ ਬੇਨਤੀ ਕਰ, ਆਹ ਹੈ ਵੀਰ ਰਸ। ਹਿੰਮਤ ਨੇ ਵੀ ਜਾਵਾ ਕਿੱਥੇ, ਲੋਕ ਕੇ ਜਾ ਰਿਹਾ। ਕਲਗੀਧਰ ਪਾਤਸ਼ਾਹ ਨੇ ਜਫਰਨਾਮੇ ਵਿੱਚ ਜ਼ਿਕਰ ਕੀਤਾ, ਉਹ ਕਹਿੰਦੇ ਤੂੰ ਵੱਡਾ ਜਰਨੈਲ ਭੇਜ ਦਾਂਗਾ, ਆ ਤੇਰਾ ਖਵਾਜਾ ਜਿਹਨੂੰ ਮਹਿਮੂਦ ਅਲੀ ਕਿਹਾ, ਉਹ ਕਹਿੰਦੇ ਮਹਿਮੂਦ ਥੋੜੀ ਸੀ ਤਾਂ ਮਰਦੂਦ ਸੀ। ਮਰਦੂਦ ਕਿਹਨੂੰ ਕਹਿੰਦੇ ਨੇ? ਬੁਜ਼ਦਲ। ਇਹ ਤਾਂ ਬੁਜ਼ਦਲ ਸੀ। ਜੇ ਕਿਤੇ ਉਹ, ਮੈਂ ਤਾਂ 1.5 ਘੜੀ ਉੱਥੇ ਖੜਾ ਵੇਟ ਕਰਦਾ ਰਿਹਾ ਉਹਦੀ ਕੰਧ ਦੇ ਕੋਲੇ ਵੀ ਆ ਜਾਏਗਾ, ਕਿਤੇ ਸਾਹਮਣੇ ਆ ਜੇ, ਇੱਕ ਤੀਰ ਮੈਂ ਉਹਨੂੰ ਵੀ ਬਖਸ਼ ਦਿੰਦਾ। ਇਹ ਹੈ ਵੀਰ ਰਸ ਦਾ ਰੰਗ। ਖੈਰ ਮੈਂ ਜੇ ਬੇਨਤੀ ਕਰ ਰਿਹਾ ਸੀ, ਕਲਗੀਧਰ ਪਾਤਸ਼ਾਹ ਐਸੇ ਯੋਧਿਆਂ ਦੀ ਜਿਹੜੀ ਸਾਰੀ ਵਾਰਤਾ ਹੁੰਦੀ ਹੈ, ਸ਼ਹਾਦਤਾਂ ਹੁੰਦੀਆਂ ਰਾਤ ਜਿਗ ਤੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਫਿਰ ਹੋਰ ਗੁਰੂ ਕੇ ਅਨੰਦ ਸਿੱਖ। ਹੁਣ ਰਾਤ ਹੋਈ, ਮੈਂ ਜੇ ਤੱਕ 11 ਜਿਹੜੇ ਸੀਗੇ ਅੰਦਰ ਗੜੀ ਦੇ ਵਿੱਚ ਰਹਿ ਗਏ। ਸ਼ਾਮ ਦਾ ਵਕਤ ਜਿਹੜਾ ਹੈ, ਜਦੋਂ ਜੰਗ ਹੋਣ ਲੱਗੀ ਹੈ, ਜੰਗ ਹੁੰਦੀ, ਉਹਨਾਂ ਨੇ ਸੋਚਿਆ ਵੀ ਰਾਤ ਨੂੰ ਵੀ ਬਣਾ ਕਰ ਦਿੱਤਾ ਜਾਏ। ਪਰ ਹੋਇਆ ਕਿ ਇਸ ਸਮੇਂ ਦੇ ਵਿੱਚ ਹੁਣ ਕੋਸ਼ਿਸ਼ ਕਰਦੇ ਨੇ, ਉੱਪਰੋਂ ਫਿਰ ਤੀਰਾਂ ਦੀ ਵਿਛਾੜ ਹੁੰਦੀ ਹੈ। ਆਪਸ ਵਿੱਚ ਬੜਾ ਹੁੰਦਾ ਵੀ ਹਨੇਰੇ 'ਚ ਜਾਵਾਂਗੇ, ਇਹ ਉੱਪਰੋਂ ਤੀਰਾਂ ਦਾ ਪਤਾ ਹੀ ਕੋਈ ਨਹੀਂ ਲੱਗਦਾ। ਰਾਤ ਨੂੰ ਜੰਗ ਰੋਕ ਦਿੱਤੀ ਜਾਏ, ਸਵੇਰੇ ਫਿਰ ਦੇਖਾਂਗੇ, ਅਗਲਾ ਦਿਨ ਆਏਗਾ। ਹੁਣ ਤਾਂ ਕੰਮ ਲੈ ਲਿਆ। ਪਹਿਲਾਂ ਭੁਲੇਖਾ ਸੀ ਵੀ ਉੱਥੇ 500 ਸੀਗਾ, ਜਦੋਂ ਸਰਸਾ ਪਾਰ ਕੀਤਾ ਉਹ ਤਾਂ ਬੜੇ ਉੱਥੇ ਸ਼ਹੀਦ ਹੋ ਗਏ, ਵੀ ਤਾਂ ਖਤਮ ਹੋ ਗਈ ਉਹਨੇ ਫੌਜ, ਉਹਨਾਂ ਕੋਲੇ ਨਾਲ ਕੌਣ ਹੋਣਾ। ਇਹਦਾ 5-7 ਦਾ ਭੁਲੇਖਾ ਸੀ। ਜਦੋਂ ਗੁਰੂ ਕੇ 35 ਸਿੰਘਾਂ ਨੇ ਦਿਹਾੜੀ ਲੰਘਾ ਦਿੱਤੀ, ਸਾਰੀ ਦਿਹਾੜੀ 35 ਸਿੰਘਾਂ ਨੇ ਲੰਘਾਈ, ਤੇ ਫਿਰ ਉਹ ਸਾਰੇ ਦੀ ਸਾਰੀ ਦਿਹਾੜੀ ਉਹ ਕਹਿੰਦੇ ਤਾਂ ਅੰਦਰੋਂ ਹਜੇ ਜਕਾਰਾ ਛੱਡੇ ਤੇ 11 ਨੇ ਜਕਾਰਾ ਛੱਡੋ, ਕਹਿੰਦੇ ਤਾਂ ਪਤਾ ਨਹੀਂ ਅੰਦਰ ਕਿੰਨੇ ਕੁ ਬੈਠੇ ਨੇ, ਹੁਣ ਰਹਿਣ ਦੋ ਜੰਗ ਸਵੇਰੇ ਸਹੀ। ਖੈਰ ਗੁਰੂ ਕੇ ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ, ਰਾਤ ਹੋਈ। ਫਿਰ ਸਾਹਿਬ ਮਹਾਰਾਜ, ਇਹ ਵੀ ਇਤਿਹਾਸ ਲਿਖਦਾ ਹੈ ਕਿ ਅੱਜ ਜਿਹੜੀ ਰਾਤ ਹੈ, ਫਿਰ ਸਾਹਿਬ ਨੇ ਫਿਰ ਦੀਵਾਨ ਸਜਾਇਆ। ਰਹਿਰਾਸ ਦੀ ਸਮਾਪਤੀ ਹੁੰਦੀ ਹੈ। ਫਿਰ ਮਤਾ ਜਿਹੜਾ ਹੋਇਆ, ਸਾਹਿਬ ਮਹਾਰਾਜ ਨੂੰ ਸਿੰਘ ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਤੁਹਾਡੇ ਚਰਨਾਂ 'ਚ ਬੇਨਤੀ ਹੈ, ਤੁਸੀਂ ਇਸ ਜੰਗ ਮੈਦਾਨ ਨੂੰ ਛੱਡ ਜਾਓ, ਗੜੀ ਅਸੀਂ ਸੰਭਾਲਾਂਗੇ। ਤੇ ਮਹਾਰਾਜ ਕਹਿੰਦੇ, ਭਾਈ ਦਇਆ ਸਿੰਘਾ ਕਿਹੜੀਆਂ ਗੱਲਾਂ ਕਰਦਾ ਹੈ,
जब आप की औद निधान बने। अतहीरन मैं तब जूझ मरूं। ये तो मरण का वक्त है, जूझण का वक्त है, दौड़न का मतलब थोड़ी है। महाराज बड़ी मेहनती की। सतवीर सिंह जी लिखते हैं, जो ना सतगुरु जी मन्ने तो फिर एक साइड पर जाके जोड़े 11 के विचों 5 सिंह, जिन्होंने चो भाई दया सिंह जी नाल ने, भाई धर्म सिंह जी ते भाई मान सिंह जी, ये 3 ने, 2 सिंह होर लाए। इन्होंने 5 ने जोड़ा 5 का सिद्धांत 1699 साहिब महाराज दिती सी अथॉरिटी भी तुसी आ 5 मैं तुहानूं ताकत देने, जिन्हों मोहर जाके बिल्कुल लाट हजूर साहब जाके लगती है, अज तो बाद तुहाडे हथ कमांड है सारी। पंथ नूं एवें नहीं उन्होंने सिरजिया सी। हुण वो सिद्धांत आ रहा हैगा। देखो जे एक सिद्धांत बनाने वाले सिद्धांत नूं उड़ाई जाएगा तो फिर की होएगा। यही है ना, गुरु पातशाह मैं बेनती कर रहा, चाहे बाबे नानक के सिद्धांत तो ले लो, चाहे गुरु गोबिंद सिंह पातशाह तक सिद्धांत जोड़ा सिद्धांत रहा वो चेंज नहीं किया किसी ने, सिद्धांत वो भी विच रहा। खैर वो जदों ना साहब महाराज मन्ने तो गुरु के सिख इकट्ठे होकर कहन लगे भी मता पाया जाए। साहब ने कहा सी 5 नूं तुहानूं अथॉरिटी है, तुहाडा हुक्म पंथ सिर मत्थे मन्नेगा। हुण 5 तैयार हो गए, क्योंकि ये सारिया जिहड़ियां मर्यादा ने ना 5, वो 5 उदों ही उहदी लागू होंदियां ने जिथे 5 इकट्ठे हो गए 5 प्यारे हो जाते हैं। 5 प्यारिਆਂ का रूप है। ध्यान दिओ जदों भी असीं नगर कीर्तन च 5 प्यारे होंदे ने जां किते भी होंदे ने इकट्ठे हो जाते हैं ना 5 प्यारे, जिहड़े वो 5 प्यारिਆਂ का सिद्धांत हुंदा उत्थे असीं ये नहीं देखना हुंदा भी ये 5 शरीर कौन कौन ने ना, उत्थे असीं ये वेखदे आ भी ये 5 ने और 5 ही अमृत धारी ने, 5 का ही डिसीजन है, 5 ही सिद्धांत विच ने। ये गुरु साहब ने कहा जिथे 5 तुसीं इकट्ठे हो गए परमेश्वर रूप है 5 का, तो जिथे तुहाडा हुक्म होएगा मनना पैगा। खैर गुरु साहब कोले आके 5 प्यारे इकट्ठे होके आके महाराज सच्चे पातशाह देखो, मैं ये कई एवें भी बयान किया भी गुरु पातशाह नूं हुक्म, देखो गुरु गुर जैसा ना ही को देव, ये वड्याई है गुरु ने। क्योंकि जदों आपां इस सिद्धांत नूं पढ़दे हां भी वाह वाह गोबिंद सिंह, ये आपे ते गुर ते चेले वाली सिद्धांत जिहड़ा इत्थे आके ते साहब महाराज कहंदे पातशाह तुसीं 1699 दे विच सानूं ये अमृत दी दातां बख्शिश कीती, तुसीं 5 का खिताब ते महाराज कहंदे बिल्कुल, कहंदे फिर अज 5 असीं इकट्ठे होके आए हैं। जिथे जिथे गुरु पेपर पा रहा ना, देखो तुसीं कई टीचिंग लाइन नाल जुड़े हुए हो, जिथे बच्चों का पेपर होंदा ना, टीचर का बच्चों उस टाइम लिंक कुछ नहीं होंदा, पेपर पै रहा घड़ी दे अंदर, गुरु के सिंघां का पेपर पै रहा। जो भाई दया सिंह इम्तिहान की घड़ी आ गई, कहते महाराज असीं इम्तिहान जितांगे क्यों, क्योंकि इम्तिहान दे नाल हुण तुसीं खड़े हो गाइड करने वाले, फिर क्यों नहीं जित होएगी, इम्तिहान लैण वाला तो साडे नाल खड़ा है, फिर सानूं की परवाह। खैर कलगीधर पातशाह नूं कहण लगे भी तुसीं सिद्धांत दिता सी ते असीं 5 हुण पंथ रूप विच तुहानूं हुक्म करदे हां भी तुसीं गढ़ी छड्ड जाओ। सरकार ने कहा ठीक है पंथ का हुक्म है तो मैं मन्नांगा, आ है साडे सिद्धांत, जिस पंथ का हुक्म जिस 5 प्यारिਆਂ दे सामने गुरु साहब ने आप निम के कहा सी खालसा जी मैनू भी अमृत छकाओ, गोबिंद राय तो गोबिंद सिंह बनाओ, तो अज जो वो पंथ कह रहा है, क्योंकि देखो ना मर्यादा यह भी जो 5 प्यारे अमृत छकाउंदे ने ना तो वो सारी सुधाई करते हैं, तो जे कोई प्रॉब्लम है उन्होंने भी सुधारते हैं, तो ये उपदेश भी करते हैं। 5 प्यारिਆਂ के रूप च होगी ना गल बिल्कुल सेम, फिर इत्थे 5 प्यारिਆਂ च उपदेश हो रहा। साहब महाराज कहते ठीक है जी तुसीं कहने हो गढ़ी छड्डो, असीं गढ़ी छड्डण नूं तैयार, पर एक शर्त है भी मैं एवें नहीं जावांगा। फिर महाराज ने किवें जाओगे, मैं ताड़ी मार के जावांगा, हिंदे पीर रवद, हिंद का पीर चलिया जे पकड़ना पकड़ लो, कह के जावांगा। खैर हुण देखो ठंड का समा है, थके हुए वो भी ने जिहड़े जिहड़े हुण तनखावां ते ने किहड़ा उठे ठंड दे विच, थके हुए सब पै गए आराम नाल, सब अपने खेमिਆਂ 'ਚ चले गए। हुण इस विधि दे विच रात का समा होया ते कलगीधर पातशाह इत्थों निकलदे ते नाल ये उपदेश सीगे भाई दया सिंह, भाई धर्म सिंह, भाई मान सिंह, ये नाल जाणगे। हुण उन्हां 11 चों 8 रह गए, 8 दे विचों जिहड़े भाई संगत सिंह जी ने ना,
ਭਾਈ ਸੰਗਤ ਸਿੰਘ ਜੀ, ਉਹਨਾਂ ਦਾ ਸਰੂਪ ਗੁਰੂ ਪਾਤਸ਼ਾਹ ਵਾਲਾ ਸੀ। ਹੁਣ ਇੱਥੇ ਇਹ ਦੇਖੋ, ਇਹ ਜੰਗ ਦਾ ਇੱਕ ਨੀਤੀ ਹੋਵੇ ਚਾਹੇ ਕਹਿ ਸਕਦੇ ਹਾਂ, ਪਰ ਗੁਰੂ ਪਾਤਸ਼ਾਹ ਜੀ ਨੇ ਇੱਥੇ ਆਪਣੀ ਕਲਗੀ ਭਾਈ ਸੰਗਤ ਸਿੰਘ ਨੂੰ ਸਜਾਈ, ਆਪਣਾ ਚੋਲਾ ਸਜਾਇਆ। ਤੇ ਗੁਰੂ ਪਾਤਸ਼ਾਹ ਹੁਣ ਇੱਥੋਂ ਗੁਰੂ ਦੀ ਜਿਹੜੀ ਹੈ ਨਾ, ਮੈਂ ਬੇਨਤੀ ਕਰ ਰਿਹਾ, ਇੱਥੇ ਤੱਕ ਅਸੀਂ ਕਹਿੰਦੇ ਹਾਂ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਜਿੱਥੇ ਬਾਦਸ਼ਾਹ ਹੈ ਨਾਲ ਦਰਵੇਸ਼ੀ ਦੀ ਵੀ ਜ਼ਿੰਦਗੀ ਹੈ। ਹੁਣ ਬਦਲਣ ਲੱਗਿਆ, ਸ਼ਾਹੇ ਸ਼ਾਹਨਸ਼ਾਹ ਗੁਰੂ ਗੋਬਿੰਦ ਸਿੰਘ। ਹੁਣ ਇੱਥੋਂ ਰੰਗ ਉਹ ਬਦਲਣਾ ਹੈ, ਹੁਣ ਦਰਵੇਸ਼ੀ ਦਾ ਜਾਮਾ ਆਉਣਾ ਹੈ। ਤੇ ਜੇ ਦਰਵੇਸ਼ੀ ਦੀਆਂ ਗੱਲਾਂ ਹੋਣੀਆਂ ਤੇ ਤਾਂ ਹੀ ਹੈ ਨਾ, ਉੱਥੇ ਹੁਣ ਜਾ ਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਦਰਵੇਸ਼ ਹੀ ਬਣਨਾ ਹੈ। ਤੇ ਦਰਵੇਸ਼ਾਂ ਦੇ ਕਲਗੀਆਂ ਨਹੀਂ ਲੱਗੀਆਂ ਹੁੰਦੀਆਂ, ਘੋੜਿਆਂ ਤੇ ਨਹੀਂ ਹੁੰਦੇ, ਮਾਫੀ ਚਾਹਾਂਗਾ। ਇਹ ਰੰਗ ਹੈ ਗੁਰੂ ਨੇ ਨਵੇਂ ਜਿਹੜੇ ਸਾਹਿਬ ਮਹਾਰਾਜ ਸੱਚੀ ਕਰਤਾਰ ਜਿਹੜੇ ਰੰਗ ਵਿਖਾ ਰਿਹਾ ਨਾ, ਉਹ ਐਵੇਂ ਵੇਖਦੇ ਜਾਂਦੇ ਅਸੀਂ। ਸਾਹਿਬ ਮਹਾਰਾਜ ਨੇ ਆਪਣੀ ਕਲਗੀ ਲਗਾ ਦਿੱਤੀ, ਭਾਈ ਸੰਗਤ ਸਿੰਘ ਨੂੰ ਕਮਾਂਡ ਦਿੱਤੀ, ਇਹ ਗੜੀ ਤੁਹਾਡੇ ਹਵਾਲੇ ਆ, ਤੇ ਲੈ ਗੜੀਏ ਸਦਾ ਤੈਨੂੰ ਇਸ ਸਥਾਨ ਤੇ ਲੰਮੇ ਲੰਮੇ ਨਿਸ਼ਾਨ ਸਾਹਿਬ ਚੱਲਣਗੇ, ਤੇ ਇਸ ਸਥਾਨ ਤੇ ਦੁਨੀਆ ਕੇ ਨਤਮਸਤਕ ਹੋਇਆ ਕਰੇਗੀ। ਤੂੰ ਸਦਾ ਚਮਕਦੀ ਚਮਕੌਰ ਦੀ ਗੜੀ ਰਹੇਂਗੀ, ਚਮਕਦੀ ਹੈ ਜਿਵੇਂ ਤੇਰੇ ਅੰਦਰੋਂ ਸੂਰਜ ਡੁੱਬਦਾ ਹੈ, ਚੰਦਰਮਾ ਚੜ੍ਹਦਾ ਹੈ। ਇਹਦਾ ਜ਼ਿਕਰ ਕੀਤਾ ਗੁਰੂ ਗੋਬਿੰਦ ਸਿੰਘ ਨੇ ਜ਼ਫਰਨਾਮੇ 'ਚ, ਕਹਿੰਦੇ ਜਿੱਧਰੋਂ ਬਾਬਾ ਜੁਝਾਰ ਸਿੰਘ ਜੀ ਸ਼ਹੀਦ ਹੋ ਕੇ ਡਿੱਗੇ, ਕਹਿੰਦੇ ਇੱਧਰੋਂ ਸੂਰਜ ਡੁੱਬ ਗਿਆ ਪਰ ਸੱਚ ਦਾ ਚੰਦਰਮਾ ਚੜ੍ਹਦਾ ਹੈ, ਸੱਚ ਦੀ ਰੋਸ਼ਨੀ ਚੜ੍ਹਦੀ ਹੈ। ਇੱਕ ਨਵਾਂ ਇਤਿਹਾਸ ਸਿਰਜਿਆ ਜਾ ਰਿਹਾ ਹੈ, ਇੱਕ ਨਵਾਂ ਕਾਰਨਾਮਾ ਇਸ ਧਰਤੀ ਦੇ ਹਿੱਕ ਤੇ ਕੀਤਾ ਜਾ ਰਿਹਾ ਹੈ। ਤੇ ਸਾਹਿਬ ਮਹਾਰਾਜ ਨੂੰ ਜਦੋਂ ਹੁਕਮ ਕੀਤਾ ਛੱਡ ਕੇ ਫਿਰ ਇਹ ਜਾਂਦੇ ਨੇ, ਇੱਥੋਂ ਲੰਘਦੇ ਨੇ। ਇਹਨੂੰ ਐਵੇਂ ਬਿਆਨ ਕੀਤਾ ਰੰਗਤ ਨੂੰ। ਦੇਖੋ ਗੁਰੂ ਪਾਤਸ਼ਾਹ ਜਦੋਂ ਮਹਾਰਾਜ ਜਾਂਦੇ ਨੇ ਤੇ ਗੁਰੂ ਕੇ ਸਿੱਖਾਂ ਨੇ ਫਿਰ ਜਕਾਰੇ ਵੀ ਛੱਡੇ। ਇਹ ਕਿਹਾ ਜਾਂਦਾ ਹੈਗਾ ਵੀ ਫੌਜ ਦੇ ਵਿੱਚ ਹਬੜਾ ਦਫੜੀ ਪੈ ਗਈ ਵੀ ਕਿਤੇ ਸਿੱਖਾਂ ਨੇ ਬਾਹਰੋਂ ਤਾਂ ਨਹੀਂ ਹਮਲਾ ਕਰ ਦਿੱਤਾ। ਹਨੇਰਾ ਹੈ, ਇਸ ਠੰਡ ਦਾ ਸਮਾਂ ਹੈ। ਇਹ ਵੀ ਹੋਇਆ, ਇੱਕ ਸੱਜਣ ਨੇ ਲਿਖਿਆ ਵੀ ਆਪਸ ਵਿੱਚ ਇੱਕ ਦੂਜੇ ਨੂੰ ਮਾਰਨ ਪੈ ਗਏ, ਵੀ ਸ਼ਾਇਦ ਕਿਤੇ ਕੌਣ ਹੈ, ਤੇ ਪਤਾ ਹੀ ਨਹੀਂ ਸੀ ਲੱਗ ਰਿਹਾ ਕੀ ਹੋ ਗਿਆ। ਤੇ ਗੁਰੂ ਨੇ 3 ਤਾੜੀਆਂ ਜਿਹੜੀਆਂ ਵਜਾਈਆਂ, ਜਿੱਥੇ ਗੁਰਦੁਆਰਾ ਤਾੜੀ ਸਾਹਿਬ ਹੈ, ਤਾੜੀਆਂ ਵਜਾ ਕੇ ਉਸ ਟਿੱਬੀ ਤੋਂ ਫਿਰ ਅੱਗੇ ਤੁਰਦੇ ਨੇ। ਤੇ ਜਦੋਂ ਹੀ ਤੁਰਦੇ ਨੇ, ਇਤਿਹਾਸ ਕਹਿੰਦਾ ਕਿ ਬਿਜਲੀ ਲਸ਼ਕਦੀ ਹੈ, ਤੇ ਬਿਜਲੀ ਲਸ਼ਕ ਦੇ ਵਿੱਚ ਤੇ ਭਾਈ ਦਇਆ ਸਿੰਘ ਜੀ ਲੰਘਣ ਲੱਗੇ, ਕੀ ਵੇਖਦੇ ਨੇ? ਬਾਬਾ ਅਜੀਤ ਸਿੰਘ ਦੀ ਸਰੀਰ ਜਿਹੜਾ ਹੈ, ਬੋਡੀ ਉੱਥੇ ਪਈ ਹੈ। ਤੇ ਕਲਗੀਧਰ ਪਾਤਸ਼ਾਹ ਦਾ ਵੀ ਰੁਕ ਗਏ, ਤੇ ਮਗਰ ਮੁੜ ਕੇ ਵੇਖਦੇ ਨੇ ਤੇ ਭਾਈ ਦਇਆ ਸਿੰਘ ਕੋਲ ਬੈਠੇ ਨੇ। ਤੇ ਮਹਾਰਾਜ ਕਹਿੰਦੇ, ਭਾਈ ਦਇਆ ਸਿੰਘਾ ਕੀ ਹੋ ਗਿਆ, ਤੂੰ ਇੱਥੇ ਬੈਠ ਗਿਆ? ਕਹਿੰਦਾ, ਮਹਾਰਾਜ ਇਹ ਸਹਿਜਾਦਾ ਫਰਜ਼ੰਦ ਤੁਹਾਡੇ ਬਾਬਾ ਅਜੀਤ ਸਿੰਘ ਦਾ ਸਰੀਰ ਪਿਆ। ਮਹਾਰਾਜ ਕਹਿੰਦੇ, ਕਿੱਥੇ ਹੈ? ਆਹ ਦੇਖੋ, ਇਹੋ ਜਿਹਾ ਬਾਪੂ ਹੈ। ਕਿੱਥੇ ਆ? ਆਹ ਹੈ। ਮਹਾਰਾਜ ਕਹਿੰਦੇ, ਤੈਨੂੰ ਦਿਖ ਰਿਹਾ, ਮੇਰੇ ਤਾਂ ਅਜੀਤ ਸਿੰਘ ਬਹੁਤ ਪਏ ਨੇ ਇੱਥੇ, ਇਹ ਸਭ ਮੇਰੇ ਅਜੀਤ ਸਿੰਘ ਨੇ। ਮਹਾਰਾਜ ਬੜਾ ਕੁਝ ਹੈ, ਪ੍ਰੇਮ ਬੜਾ ਸੀ ਨਾ ਭਾਈ ਦਇਆ ਸਿੰਘ। ਮੈਂ ਆਪਣਾ ਕਮਰ ਕਸਾ ਲਾ ਕੇ ਭਾਈ ਅਜੀਤ ਸਿੰਘ ਤੇ ਪਾ ਦਿੰਦਾ। ਮਹਾਰਾਜ ਕਹਿੰਦੇ, ਨਾ, ਇਹ ਕੰਮ ਨਹੀਂ ਕਰਨਾ, ਨਹੀਂ ਪਾਉਣਾ। ਕਿਉਂ ਮਹਾਰਾਜ? ਤੁਹਾਡੇ ਲਖਤੇ ਜਿਗਰ ਨੇ। ਮਹਾਰਾਜ ਕਹਿੰਦੇ, ਸਾਰੇ ਨੇ। ਲੋਕ ਭਾਵੇਂ ਮੈਨੂੰ ਕਹਿੰਦੇ ਜੰਗ ਦਾ ਚੋਰ ਸਮਝਣ, ਜੋ ਮਰਜ਼ੀ ਸਮਝਣ, ਮੈਂ ਕਬੂਲ ਕਰ ਲਵਾਂਗਾ, ਪਰ ਮੈਨੂੰ ਇਹ ਕੋਈ ਕਹੇ ਵੀ ਗੁਰੂ ਗੋਬਿੰਦ ਸਿੰਘ ਨੇ ਪੁੱਤ ਹੋਰ ਤੇ ਸਿੰਘ ਹੋਰ ਸਮਝੇ, ਇਹ ਨਹੀਂ ਮੈਂ ਕਬੂਲ ਕਰਨਾ। ਰਹਿਣ ਦੇ ਭਾਈ ਦਇਆ ਸਿੰਘ, ਇਹਨਾਂ ਤੇ ਕਫਨ ਨਹੀਂ ਪਾਉਣਾ। ਆਹ ਹੈ ਗੁਰੂ ਗੋਬਿੰਦ ਸਿੰਘ ਦੀਆਂ ਬਾਤਾਂ। ਕੋਈ ਕਰ ਸਕਦਾ ਬਰਾਬਰੀ? ਗੁਰੂ ਕਹਾਉਣਾ ਸੌਖਾ ਹੈ। ਗੁਰ ਜੈਸਾ ਨਾਹੀ ਕੋ ਦੇਵ ਜੀ, ਗੁਰ ਜੈਸਾ ਨਾਹੀ ਕੋ ਦੇਵ ਜੀ। जी गोर ऐसे गुरु को बल बल जाइए, आप मुक्त मोहे। ये गुरु ऐसा है, यदि कौन बराबरी कर देगा? कौन कौन गुरु गोबिंद सिंह दी रीस कर लेगा? ਐਵੇਂ नहीं विद्वाना ने, भाई गुरदास जी ने, होर गुरु के सिखा ने ਐਵੇਂ नहीं उन्होंने शोभा की।
गुर संगत कीनी खालसा मनमुखी दुहेला। गुरु का जिहड़ा खालसा है ना वो गुरु की संगत करता है। गुर संगत कीनी खालसा, खालसा संगत करता है। मनमुखी जिहड़ा मनमुख बंदा दुहेला है, सदा दुखी रहेगा। पर अगे कहते गुर संगत कीनी खालसा मनमुखी दुहेला। वाह वाह गोबिंद सिंह आपे गुरचेला। तेरिया बातां तू बखरियां ही ने। नासरो मनसूर गुर गोबिंद सिंह एज दी मंजूर गुर गोबिंद सिंह। जुमला फैज नूर गुर गो। सह महाराज जी की उस्तत दे विच भाई नंद लाल जी ने बड़ी कमाल की बड़ी लंबेरी वार्ता लिखी है। खैर सह महाराज जिथों जाते नहीं, जिहड़ा आ दिन है इस दिन फिर जिहड़े गुरु के सिख अगे रह जाते हैं। भाई संगत सिंह ते बाकी सवेर होण सारी उन्होंने कहा भी हुण नहीं पुछना, हुण तां हमला करो। देखो जदों हमला करन गढ़ी वाल आउंदे ने ना सिंह फिर जाते हैं अगे टक्करदे सी। इवें सी ये जंग इवें हो रही सी, क्योंकि जदों कहते भी एकदम तो नहीं आती, जदों जदों जथा लैके जो भी उधरों अगे उपर हमला करने बाद तुरते हैं, जानू जथा बाहर तीर पैंदे ने अगों फिर मुड़ जाते हैं पिछे। ये टकनीक सीगी। जदों ही सारे के इकट्ठे ही हमला करो, जदों हमला किया तो जिहड़े अंदर 7-8 सीगे सारे दे सारे ने भाई मदन सिंह भाई कौडा सिंह गेट ते खड़े सी, गेट खोल दिता ते 7 दे 7 जिहड़े अगे वधदे ने। हुण जंग मैदान दे विच हुण जंग जिहड़ी है घमासान है। गुरु के सिंह बड़ियां शहादतां प्राप्त करते हैं। अंदर आ बड़े तो अंदर जदों अंदर वड़ते हैं जिहड़े पहरे ते ने उन्होंने भी अपनी तलवारां सूत लईआं। बड़ा घमासान दा युद्ध हुंदा, बड़ियां नूं उन्होंने आहू लाहे। आखिरकार सारिਆਂ तो पिछों जो भाई संगत सिंह दा देखते हैं भी गुरु गोबिंद सिंह जी तो असीं कतल कर दिता है। ये क्या सी भी सिर वढ़ के लैके जाना, पर ज्यों ही वेखदे ने अरमान धरे दे धरे रह गए। ये तो कोई होर है, वो तो सरकार लंघ है। हुण जिहड़ी मैं कहना धर्म नहीं हारिया, ये जित प्राप्त हुई है। असीं इन्हां नूं शहादतां दे के भी जित नहीं सके। शहादतां कबूल कर लियां, मरना कबूल कर लिया, पर धर्म नहीं छड्डिया। आ है सिੱਖੀ ਦਾ रंग। ते जदों वो देखड़ते सारा कुछ तो कुछ होर हो गया सारे का सारा। तो फिर इस रंग दे विच गुरु पातशाह इधरों चलते चलते मैं इत्थे इहदा इतिहास रोकण लग्या, क्योंकि आपां दूजा पक्ष भी मैं शुरू करन नाल नाल। हुण गुरु पातशाह इत्थों चलते चलते माछीवाड़े पहुँचते हैं। तो जिहड़ी इस रात की घटना है, इस रात फिर बीबी शरण कौर है। एक सज्जण ने उन्होंने लिखा भी बीबी शरण कौर एक मुटियार नौजवान बच्ची है, हथ सिरी साह फड़ी। उन्हें गुरु घर दरबार दे विच बड़ी सेवा की, वो भी उत्थों ही नाल चली सी आनंदपुर साहिब तो। हुण उस नगर दे विच जदों उन्हें देखा भी जंग सारा जो हो गया, सब टिकटका हो गए, सब अपने अपने खेमे चले गए। तो फिर उसने ना रात नूं दीवा लैके फिर उन्हें अपने वीरां दीयां लाशां लभणियां शुरू कीतियां, सरीर लभणे शुरू कीते ने। ते नाल किसे दा जिवें असीं बाड़ा नहीं कहंदे भी बनाया हुंदा बकरियां बुकरियां रखने वास्ते, वो बड़ियां बड़ियां झिंगां आले दुआले कहंदे वो लाइयां होईयां सी ताकि कोई जानवर अंदर ना वड़ सके। ਉਹਦਾ ਉਹਨੇ ਉਹ जगह चूज की। उस जगह ਦੇ ਵਿੱਚ फिर ਉੱਥੋਂ ਜਿਹੜਾ ਸਰੀਰ ਕੱਲੇ ਕੱਲੇ ਦਾ ਕੜਾ ਪਛਾਣਦੀ ਏ, ਜਿਹੜਾ ਕੇਸ ਪਛਾਣਦੀ ਏ, ਫਿਰ ਲੈ ਕੇ ਜਾਂਦੀ ਹੈ। ਕਿ ਉਹ ਇੰਨਾ ਲੱਥ ਪੱਥ ਸਰੀਰ ਹੋਏ ਨੇ, ਖੂਨ ਨਾਲ ਪਛਾਣ ਥੋੜੀ ਹੁੰਦੀ ਹੈ। ਜਿਹੜੇ ਗੁਰੂ ਇਹੀ ਹੈ ਕਕਾਰ ਦੀ ਪਛਾਣ। ਇਹ ਹੈ ਮਹਾਰਾਜ ਨੇ ਐਵੇਂ ਕਿਹਾ ਸੀ ਵੀ ਜਿਹੜਾ 1.25 ਲੱਖ ਦੇ ਲੱਖਾਂ ਦੇ ਵਿੱਚ ਖੜਾ ਹੋਏਗਾ ਨਾ, ਉਹਦੇ ਵਿੱਚ ਵੀ ਪਛਾਣ ਹੋ ਜਾਏਗੀ गुरु के सिख। खैर उन्हें सारिया जोड़े 35 के 35 शरीर लभ लभ के उन्हें इकट्ठे किए। तो फिर जोड़ा वो सारा पिया सी ना आले दुआले उन्होंने जी बाउंडरी की हुई सी आले दुआले, वो बाउंडरी वाले सारिया लकड़ा जो सीगियां जिन्होंने असीं पंजाबी झिंगाइयां कह दें, वो सारी इकट्ठे करके ना फिर उन्हें अग ला दी। हुण इस रात दे इस समय दे विच बड़ियां ने यह भी सोचा भी खैर ये लिखण वाली शैली है भी कोई लगता कोई रात नूं कोई चुड़ेल ही ना फिरदी होवे, इन्ने इन्ने उत्थे दे बड़ा कटी होई पिया, कौन जाए, कौन ही नहीं जांदा नेड़े। पर इस रंग दे विच सी हुंदा कि ज्यों ही उन्हें लांबू लाया, पाठ करदी है, बाणी पढ़दी है, आले दुआले फिर किरपान लैके गेड़े कढ़दी है। इन्हें जो पूरा भमूखा निकलदा है, फिर दौड़ के जिहड़े मुगल कोले आउंदे ने, वो की देखदे ने कि नौजवान बच्ची खड़ी है।
ਉਹੀ ਕਰਦਿਆਂ ਤੂੰ? ਕਹਿੰਦੀ ਮੈਂ ਆਪਣੇ ਵੀਰਾਂ ਦੇ, ਜਿਨ੍ਹਾਂ ਨੇ, ਇਸ ਯੋਧਿਆਂ ਨੇ ਲੜ ਲੜ ਕੇ ਆਪਣਾ ਆਹੂ, ਆਪਣਾ ਲਹੂ ਡੋਲਿਆ ਨਾ ਇਸ ਧਰਤੀ ਤੇ, ਇਹਨਾਂ ਦਾ ਅੰਤਮ ਸੰਸਕਾਰ ਕਰਦੀ ਹਾਂ। ਤੇ ਉਹਨਾਂ ਨੇ ਕਿਹਾ ਵੀ ਤੂੰ ਇੱਥੋਂ ਜਾ। ਆਖਰਕਾਰ ਉਹ ਸ੍ਰੀ ਸਾਹਿਬ ਉਹਦੇ ਹੱਥ 'ਚ ਵੀ ਸੀ, ਸਿੰਘਣੀ ਸੀਗੀ, ਲੜਦੀ ਆ, ਇੱਕ ਦੋ ਨੂੰ ਉਹ ਝਟਕਾਉਂਦੀ ਆ, ਫਿਰ ਉਹਨਾਂ ਇਕੱਠਿਆਂ ਨੇ ਪਕੜ ਕੇ ਉਹਨੂੰ ਜਿਉਂਦੀ ਨੂੰ, ਬੀਬੀ ਸ਼ਰਨ ਕੌਰ ਨੂੰ ਉਸੇ ਅੱਗ ਵਿੱਚ ਸੁੱਟ ਦਿੱਤਾ ਸੀ। ਇਤਿਹਾਸ ਹੈ ਇਹ ਰੰਗ ਨੇ ਜਿਨ੍ਹਾਂ ਦੀ ਬਹੁਤ ਗੁਰੂ ਦੇ। ਆਪਾਂ ਜਦੋਂ ਮੈਂ ਬੇਨਤੀ ਕਈ ਵਾਰੀ ਕਰਦਾ, ਜਿਵੇਂ ਅੱਲਾ ਯਾਰ ਖਾਂ ਯੋਗੀ ਲਿਖਦਾ ਨਾ कि एक आंख से बुलबुला क्या कुल बहर को देखे, लहर को जा मंझधार को जा साहिल को देखे। केड़ी केड़ी चीज़ नूं वेखांगे? वो तो खुद मुनकर हो गए इस गल तो। करतार की सुगंध है नानक की कसम है, जितनी भी हो तारीफ गोविंद की वो कम है। हर चंद मेरे हाथ में पुरजोर कलम है, सतगुर के लिखूं वफद कहाँ ताबे रकम है। कहता मेरे विच कोई ऐसी हस्ती नहीं हैगी कि मैं अपनी कलम दे नाल गुरु गोबिंद सिंह दी वफद ओहदियां उस्तां लिख सकां। मेरी कलम च की पुरजोर ताकत है। ये है भी एक बुलबुल तो असीं किवें उहनूं बयान कर सक। कलगीधर दा हर एक हिस्सा, हर एक कोना, हर एक पल जिहड़ा है किसी कौतक दे नाल, किसी रंग दे नाल रंगिया होया हैगा। ते बीबी शरण कौर उहदे विच शहादत हो जाती है। तो खैर जिथे गुरुद्वारा कतलगढ़ साहब बने चमकौर की धरती ते बड़िया संगतां नतमस्तक होने हो। ये इत्थे तक दा पावन इतिहास है। हुण दूसरा पक्ष आपां चलदे हां। जदों ही परिवार विछोड़ा हुंदा है, माता गुजरी जी अते छोटे साहिबजादे, क्योंकि असीं साहिबजादियां दे संबंधित जिहड़ी वारता रखदे हां, ते ज्यों ही ये जिहड़ी सरसा दा पार करदे ने, तो जदों ही पार जाते हैं, मैं उस दिन भी बेनती की, जो आनंदपुर साहब तो आइए खब्बे हथ में देखिए तो दिल्ली है, सामने देखिए तो रोपड़ है, जो सज्जे हथ में देखिए जोड़ा इस पासे नूं माता जी ते बच्चे चले जाते, ये फिर सरसा के नाल नाल जाते हैं। इस पक्ष तो जदों इधर आते हैं तो इस रुख दे विच की हुंदा है, चलते चलते असीं उस दिन करते करते कुम्मे मास की उहदी छन विच जाते हैं, उत्थे रुकते हैं। कई देखो रंग होंदे ने। हिस्टरी की एक ये वक्री गल होंदी है कि दो पक्ष तो असीं देख सकते हैं। एक तो हुंदा भी कहानियां, बबाणियां कहानियां, पुत सपुत करेन, पर दूजा रंग है जिथे जिथे असीं जिवें कह सकते हैं हिस्टरी का गारबेज बिन, वो भी असीं बयान करते हैं ना, बड़े माड़ियां ने बड़े गुरु घर दे उस वक्त दे विच भी गंगू वर्गियां दी गल हुंदी है। ते दूसरा जिहड़ा पक्ष है वो है जिथे भाई बचित्र सिंह नूं शरण देण वालियां दी, बीबी शरण कौर वर्गियां दी, होर गुलाब जिहड़े मसंद ने, जिन्हां ने बड़ा गुरु घर दी जिहड़ी है हैल्प इस माहौल दे विच कीती है ना, वो रंग भी तो वखरा ही है। वो गोल्डन हिस्टरी वाले लिखे हुए ने ना उन्हां दी, तां वो छन दे विच माता गुजरी जी अते साहिबजादे रुकदे ने। मैं उस दिन जिक्र कर रहा सी कि इस तो पहला आनंदपुर छड्डण तो पहला असीं कहने भी उदों सिंह भुखे भाणे सी, कददे सी, 7 महीने का घेरा सी। आखिरकार राशन मुकदा 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 आखिर कदों मुक्या होएगा ना? किस हालात होणगे जिन्हां ने 40 ने बेदावा लिखिया सीगा, उन्होंने यह जी हालात विच बेदावा लिखिया भी महाराज तू साडा गुरु ने ते असीं सिख नहीं, यह जी हालात हो गए सी। तो फिर हुण तां कहण दी लोड़ ही नहीं हैगी, किवें सिख जाके नाई दी दुकान ते बैठ जांदा है। वो तो कहता मैं लिख दिता है, तैनूं बेदावा है। ये एक रंग है। गुरु पातशाह जी इस लहजे चों सानूं बाहर लैके आ रहे हैं। इन्ने हालात इस तरह दे हो गए, पर सिखा ने धर्म नहीं हारिया, सिखी नहीं। जिन्हों असीं रोज़ मंन सिखा नूं, बोलो सिखा नूं, किहड़ी सिखी? सिखी किहड़ी होएगी फिर? ते जे दान च मिलदे किहड़ी सिखी है? वो आही तो है गुरु दे दिते हुए सिद्धांतां नूं कमाउणा ही तो सिखी है। मैं अज दिने भी किते जिक्र कर रहा सी, मैनूं गल करी किसे ने, मैं कहा हद है, साडे तां आइडल सिद्धू मूसे वाले वर्गे ने। बच्चिआं नूं पुछो, इन्हां दे नां जाणदे ने, गायकां दे नां जाणदे ने, उन्हां दे हेयर स्टाइल जाणदे ने, उन्हां दी पग्गां बन्नण दा स्टाइल जाणदे ने। पर जे किते उन्हां नूं पुछ लो, घरदिआं नूं भी पुछ लो भी 4 साहिबजादिआं दे नां ने, वो भी रूटीन दे विच, माफ़ी चाहांगा, एक लाइन दे विच सही दिशा विच नहीं दस सकदे।
कारण की है? असी आइडल है जे चुन लए ने। सिक्खी दान मंग के भी सिक्खी नहीं मिल रही। सिक्खी की है? यही सिक्खी है और की है? पहरावा होए, माफी चाहांगा, पर सिद्धांत कोई नहीं। ये सिक्खी की रंगत है। देखो असी हुण पिछले समय कुछ देखा, तुसीं देखिया ना, साडे एक मोर्चा लग्या सिख पंथ च। तुहानूं पता भी मोर्चे किन्ने लगे ने, घल्लूघारे किन्ने होए ने, जंगा किन्नियां होईयां ने, मोर्चे बड़े लगे ने। ये भी एक मोर्चा, किसानी मोर्चा है, भावें इहदे एक वखरा रंग सीगा, पर तुसीं इहदे देखो दूसरा पक्ष। इस मोर्चे विच किन्ने किन्ने वखरे वखरे रंग ने। किते लखमीरपुर की घटना वापरदी है, किते किते दी वापरदी है, किते किते दी वापरी है। ये पूरी दी पूरी ये भी एक की सी, ये भी पूरी जंग है। इस जंग दे विच थां पर थां ते घटना वापरदियां ने। मोर्चा फतेह उन्हां लई होएगा जिन्हां दा अकीदा उहदे ते है। ये सच है। जिन्हां कहा अगां को तरांग, पिछा फिर ना मुड़ना, मगर नहीं मुड़ना, अगे ही जाना है। कलगीधर ने तो ही गल कही सी, जो मर्जी हो जाए। पढ़ते ना कई बारी, पढ़ो सारे, हाजरी लवाइए। सिर जावे ता जावे मेरा सिक्खी सिदक ना जावे, सिर जावे ता जी, सिर जावे ता जावे मेरा सिक्खी सिदक ना जावे, सिर जा ये सिक्खी ते सिदक जिहड़े दोने शब्द ने, सिखां नूं सिक्खी दान, केस दान, रहत दान, विवेक दान, ये आउंदा सारा कुछ। ये दान विच सिख मंगदा है, पर किते मिल जाए, ये दान दा रंग मिल जाए किते। ते गुरु पातशाह कहंदे सिर चलिया जाए, पर सिदक नहीं जाना चाहिए। सिदक की यही भरोसा है। सिदक अकीदा, मेरा गुरु ते अकीदा है। माफ़ी चाहांगा, बहुतियां तो सुनीदा जी, असीं तां पाठ भी बहुत कराए ने ते होर भी बड़े काम कराए ने, गुरुद्वारे बथेरा जाईदा गा, मुंडा फिर भी नहीं होया। माफ़ी चाहांगा, बड़े तो सुनदियां ने। चलो मुंडे की गल करो, होर ही कोई इच्छा दस दिंदे ने। फिर किसी बाबे नूं लभदे ने, मुंदरियां वाले बाबे नूं लभदे ने। क्यों? क्योंकि यकीन कोई नहीं ना। जे कोई इस तरह तुहानूं मिलदा हुंदा ना, जिहड़े गुरु ते अकीदा रखण, दस दिया करो कि गुरु नानक साहिब नूं जाणदे हो? अगला कहूगा हाँ। कि उहदी भैण नूं जाणदे हो? वो भी कहूगा हाँ। की ना? बेबे, बोलो, बेबे नानकी। बेबे नानकी दे घर औलाद नहीं है। कि बाबे नानक नूं पता नहीं सी? कदे बेबे नानकी ने भी हथ जोड़ के कहा सच्चे पातशाह मेरे घर औलाद नहीं है। पर आ है जिन्हां च अकीदा ते विश्वास है। ये तो बड़ा और क्या, जिहदा गुरु नानक ही गुरु होवे। गुरु दी जे लोड़ होवे, गुरु भी अजिहा होवे जैसे माता गुजरी दे लाल जी। जे गुरु दी लोड़ है ते इह जिहा होवे। ये है गुरु दी रंगत जिन्हां नूं चढ़ी। खैर उस मासकी दे घर विच रहे, पिछलेरे समय तो भुखे भाणे। अज वो रात सी जदों रज के रोटी खाधी बच्चिआं ने। 5-7 साल दियां क्या जिंदा हुंदियां ने। माफ़ी चाहांगा, असी जे किते बच्चा रोण भी लग जाए ना, मैं कई बार घरां च कहना हुंदा, नहीं रोण नहीं देना, फटाफट उन्हें फोन दे देंदे ने। जे फोन इंज करदा खुश है, माड़ा जे फड़ो तो रोण लग जाता बच्चा। तो तुसीं देखो भी भुखण भाणे बच्चे किस तरह रूप में गए होने ने। फिर अज इन्ने दिनों बाद किते मन च आए नहीं होना। पर हिस्टरी ये गल कहती है, वो बार बार ये तो पुछ गए, माँ दादी माँ साडे वीर कित्थे ने? वो तो कहते सी असीं हुण ही आ जाना, हजे तक नहीं मिले। साडे गुरु पिता जी कित्थे ने? पर ये नहीं पुछ रहे भी रोटी कदों मिलेगी। ये है रंग जिथे भुखा मुक्कियां हुईयां ने, छोटियां छोटियां जिंदा ने। असीं कह दिंदे आ ये सिक्खी दा महल है। ये लिखते ने अल्लाह यार खां जोगी लिख सकते, कहता गुरियाई का किस्सा हम जहां में बना चले, सिंगों की सल्तनत का पौधा लगा चले।
ਇਹ ਸਿੰਘਾਂ ਦੀ ਸਲਤਨਤ ਹੈ, ਜਿੱਥੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਜਿੱਥੇ ਬਾਬਾ ਜੁਝਾਰ ਸਿੰਘ ਤੇ ਬਾਬਾ ਅਜੀਤ ਸਿੰਘ ਜੀ ਲੜ ਕੇ ਆਪਣਾ ਇਹ ਮਹਿਲ ਖੜਾ ਕਰਕੇ ਨੇ। ਆਹ ਹੈ ਰੰਗ। ਸਮਾਂ ਹੋ ਗਿਆ, ਮੈਂ ਸਮਾਪਨ ਕਰਨਾ। ਗੁਰੂ ਪਾਤਸ਼ਾਹ ਜੀ ਦੇ ਇਸ ਸਾਹਿਬਜ਼ਾਦੇ ਇਸ ਰਾਤ ਇਸ ਜਗ੍ਹਾ 'ਤੇ ਰੁਕਦੇ ਨੇ। ਫਿਰ ਇਸ ਤੋਂ ਰਾਤ ਇਸ ਰਾਤ ਪ੍ਰਸ਼ਾਦਾ ਛਕਿਆ, ਉਸ ਤੋਂ ਬਾਅਦ ਪ੍ਰਸ਼ਾਦਾ ਨਹੀਂ ਛਕਿਆ। ਜਿਹੜੇ ਅਗਲੇ ਪੜਾਅ ਨੇ, ਆ 4 ਦਿਨਾਂ ਦਾ ਪੜਾਅ ਅੱਗੇ ਲੰਘਣਾ, ਕਿਉਂਕਿ ਆਹ ਜਿਹੜੀ ਰਾਤ ਲੰਘੀ ਆ, ਇਹ ਮਾਸਕੀ ਤੋਂ ਬਾਅਦ ਇਹਨਾਂ ਨੂੰ ਗੰਗੂ ਜਿਹਦਾ ਅਹਿਮ ਰੋਲ ਆ ਸਹੇੜੀ ਦਾ, ਉਹ ਮਿਲ ਜਾਂਦਾ ਹੈ। ਹੁਣ ਇੱਥੇ ਕਈਆਂ ਨੇ ਲਿਖਿਆ ਰਸੋਈਆ। ਰਸੋਈਆ ਮਤਲਬ ਸਮਝਣਾ ਬਈ ਰਸੋਈ ਬਣਾਉਣ ਵਾਲਾ। ਦੇਖੋ ਮੈਂ ਇਹਨੂੰ ਇਸ ਤਰ੍ਹਾਂ ਕੰਡੈਮ ਨਹੀਂ ਕਰਦਾ, ਪਰ ਤੁਸੀਂ ਸਿਆਣੇ ਹੋ ਸਾਰੇ ਬੈਠੇ ਹੋ, ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪਾਸ ਅੰਮ੍ਰਿਤਧਾਰੀ ਸਿੰਘ ਨਹੀਂ ਸੀਗੇ ਰਸੋਈ ਤਿਆਰ ਕਰਨ ਵਾਲੇ ਜੀ? ਇਤਿਹਾਸ ਉਹ ਕਿਸੇ ਵਕਤ ਰਿਹਾ, ਇਹ ਮੰਨ ਸਕਦੇ। ਪਰ ਇੱਕ ਮੈਂ ਵਿਦਵਾਨ ਨੂੰ ਪੜ੍ਹਿਆ, ਪ੍ਰਿੰਸੀਪਲ ਸਤਵੀਰ ਸਿੰਘ ਵੀ ਲਿਖਦੇ, ਰਸੋਈ ਰਸੋਈਆ, ਰਸੋਈਆ ਹੁੰਦਾ ਰੁੱਸਣ ਵਾਲਾ। ਐਵੇਂ ਸਾਰੀ ਦਿਹਾੜੀ ਰੁੱਸਿਆ ਰਹਿੰਦਾ ਸੀ, ਕਰੀਜਿਆ ਰਹਿੰਦਾ ਸੀ, ਕੁੜਿਆ ਰਹਿੰਦਾ ਸੀ, ਝਗੜਿਆ ਰਹਿੰਦਾ ਸੀ, ਉਹਨੂੰ ਅੱਲ ਪੈ ਗਈ ਸੀ ਰਸੋਈਆ। ਹਰ ਗੱਲ 'ਤੇ ਰੁੱਸਿਆ ਹੀ ਰਹਿੰਦਾ ਹੈ, ਐਵੇਂ ਰੁੱਸਿਆ, ਤਾਂ ਰਸੋਈਆ ਨਾਂ ਰੱਖਿਆ ਹੈ। ਮੈਂ ਇਹ ਜ਼ਿਕਰ ਪੜ੍ਹਿਆ। ਖੈਰ ਜੇ ਹੋਵੇ ਵੀ ਮਾਫੀ ਚਾਹਾਂਗਾ। ਹੁਣ ਜਿਹੜੀ ਰੰਗਤ ਹੈ ਉਹ ਮਿਲਦਾ ਹੈ, ਅਤੇ ਮਾਤਾ ਜੀ ਨੂੰ ਕਹਿਣ ਲੱਗਾ, ਮਾਤਾ ਜੀ ਮੈਂ ਤਾਂ ਤੁਹਾਡੇ ਘਰ ਦੀ ਸੇਵਾ ਜੀ, ਆਪਾਂ ਇਸ ਗੱਲ ਨੂੰ ਐਵੇਂ ਵੀ ਲੈਂਦੇ ਹਾਂ। ਉਹ ਲੈ ਜਾਂਦਾ, ਘਰ ਤੁਸੀਂ ਮੇਰੇ ਰਹੋ। ਹੁਣ ਮਾਤਾ ਉਸ ਘਰ ਵਿੱਚ ਰਹਿੰਦੇ ਨੇ ਜਿਹੜੀ ਆ ਰਾਤ ਲੰਘਦੀ ਹੈ। ਸਮਾਂ ਹੋ ਗਿਆ, ਮੈਂ ਸਮਾਪਤੀ ਕਰਾਂ, ਕਿਉਂਕਿ ਇਸ ਤੋਂ ਬਾਅਦ ਕਿਤੇ ਹੋਰ ਕਥਾ ਕਰਨ ਜਾਣਾ ਹੈ। ਸੋ ਗੁਰੂ ਬਾਬਾ ਜੀ ਕਿਰਪਾ ਕਰਨ, ਆਪਾਂ ਗੰਗੂ ਦੇ ਘਰ ਦਾ ਇਤਿਹਾਸ ਕੱਲ੍ਹ ਨੂੰ, ਅਤੇ ਬੱਚਿਆਂ ਦੀਆਂ ਫਿਰ 2 ਦਿਨ ਦੀ ਕਚਹਿਰੀ ਦਾ ਇਤਿਹਾਸ, ਅਤੇ ਫਿਰ ਤੀਸਰੇ ਦਿਨ ਉਹਨਾਂ ਦੀਆਂ ਸ਼ਹਾਦਤਾਂ ਦਾ ਇਤਿਹਾਸ, ਇਹ ਅਗਲੇਰਾ ਪੜਾਅ ਵਿਚਾਰਾਂਗੇ। ਫਿਰ ਮਾਛੀਵਾੜੇ ਦੀ ਗੱਲ ਫਿਰ ਆਪਾਂ ਉਸ ਤੋਂ ਬਾਅਦ ਅਗਲੇਰੇ ਦਿਨਾਂ 'ਚ ਕਰਾਂਗੇ। ਸਤਿਗੁਰੂ ਰਹਿਮਤ ਕਰਨ। ਸਭ ਦਾ ਧੰਨਵਾਦ। ਕੋਟਾਨ ਕੋਟ ਸ਼ੁਕਰ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਭੁੱਲਾਂ ਨਾ ਚੇਤਾਵਨੀ। ਸਭ ਦਾ ਧੰਨਵਾਦ ਜੀ। ਭੁੱਲ ਚੁੱਕ ਦੀ ਖਿਮਾ ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।